ਸਤਿ ਸ਼੍ਰੀ ਅਕਾਲ ਦਰਸ਼ਕੋ ਮਹਿੰਗਾਈ ਅੱਜਕੱਲ ਹਰ ਇੱਕ ਵਿਅਕਤੀ ਦੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਤੇ ਹਰ ਕੋਈ ਵਿਅਕਤੀ ਇਹੀ ਸੋਚਦਾ ਹੈ ਕਿ ਮਹਿੰਗਾਈ ਤੇ ਸਰਕਾਰਾਂ ਕਿਉਂ ਨਹੀਂ ਕਾਬੂ ਪਾ ਰਹੀਆਂ। ਵੈਸੇ ਕੁਝ ਚੀਜ਼ਾਂ ਤੇ ਜਾਂ ਫਿਰ ਉਤਪਾਦਾਂ ਤੇ ਇਸ ਤੇ ਕਾਬੂ ਪਾਇਆ ਵੀ ਜਾ ਸਕਦਾ ਹੈ, ਪਰ ਅਜਿਹਾ ਨਹੀਂ ਹੁੰਦਾ। ਦਰਸ਼ਕੋ, ਇਸੇ ਤਰ੍ਹਾਂ ਦਾ ਅਸੀਂ ਮੁੱਦਾ ਲੈ ਕੇ ਤੁਹਾਡੇ ਲਈ ਲੈ ਕੇ ਆਏ ਹਾਂ ਪ੍ਰੋਗਰਾਮ ਮਸ਼ਵਰਾ, ਜਿਸ ਦੇ ਲਈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਰਿਟਾਇਰਡ ਕਰਨਲ ਜਸਜੀਤ ਸਿੰਘ ਗਿੱਲ, ਜਿਨ੍ਹਾਂ ਦਾ ਅਸੀਂ ਸਟੂਡੀਓ ਵਿੱਚ ਪਹੁੰਚਣ ਦੇ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਦਰਸ਼ਕੋ, ਅਸੀਂ ਦੱਸ ਦਈਏ ਕਿ ਅੱਜ ਅਸੀਂ ਮੁੱਦਾ ਵਿਚਾਰਨ ਜਾ ਰਹੇ ਹਾਂ ਸਬਜ਼ੀਆਂ ਅਤੇ ਫਲਾਂ ਤੇ ਕਿਸ ਤਰ੍ਹਾਂ ਨਾਲ ਕਾਬੂ ਪਾਇਆ ਜਾ ਸਕਦਾ ਹੈ, ਕਿਉਂਕਿ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਤੇ ਸਰਕਾਰ ਦੇ ਵੱਲੋਂ MRP ਜਿਹੜੀ ਹੈ ਨਿਰਧਾਰਿਤ ਕੀਤੀ ਜਾਂਦੀ ਹੈ ਤੇ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਤੇ MRP ਨਿਰਧਾਰਿਤ ਨਹੀਂ ਹੁੰਦੀਆਂ, ਅਤੇ ਇਹ ਚੀਜ਼ਾਂ ਨੇ ਸਬਜ਼ੀਆਂ ਤੇ ਫਲ। ਤੇ ਇਹਨਾਂ ਚੀਜ਼ਾਂ ਤੇ ਅਸੀਂ ਕਾਬੂ ਪਾ ਸਕਦੇ ਹਾਂ, ਕਿਉਂਕਿ ਜਿਹੜੀਆਂ ਸਬਜ਼ੀਆਂ ਤੇ ਫਲ ਨੇ ਉਹ ਹਰ ਇੱਕ ਵਿਅਕਤੀ ਲਈ बहुत ही ज़रूरी ने, क्योंकि हर एक जिहड़ा रसोई का जिहड़ा बजट है सब्जियां ते फलां दीयां कीमतां ते निर्धारित रहिंदा है काफ़ी हद तक। ते किस तरह तुसीं की सोचते हो सर कि किस तरह कौन जिहड़े लोग इस दे लई जिम्मेवार होंदे ने? ਪਹਿਲਾਂ ਤਾਂ ਮੈਡਮ ਮੈਂ ਤੁਹਾਨੂੰ MRP ਦੇ ਵਿੱਚ ਥੋੜਾ ਜਿਹਾ ਚਾਨਣਾ ਪਾਉਣਾ। ਮੈਕਸਿਮਮ ਰਿਟੇਲ ਪ੍ਰਾਈਸ ਉਹ ਪ੍ਰਾਈਸ ਹੈ ਜਿਸ ਤੇ ਕਿ ਉੱਤੇ ਕੋਈ ਸਮਾਨ ਨਹੀਂ ਵੇਚਿਆ ਜਾਣਾ ਚਾਹੀਦਾ, ਲੇਕਿਨ ਦੇਖਣ ਵਿੱਚ ਆਇਆ ਹੈ ਕਿ ਜਿਹੜੇ ਰਿਟੇਲਰ ਨੇ ਉਹ ਸਭ ਤੋਂ ਜ਼ਿਆਦਾ ਪ੍ਰਾਈਸ ਦੇ ਹੀ ਚੀਜ਼ ਵੇਚਦੇ ਆ, ਜਦੋਂ ਕਿ ਉਹਨਾਂ ਨੂੰ ਜੇ ਉਹਨੂੰ 4 ਰੁਪਏ ਦੀ ਚੀਜ਼ ਆਈ ਹੈ 10 ਰੁਪਏ ਤੱਕ ਵੇਚ ਸਕਦੇ, ਉਹ 10 ਤੇ ਹੀ ਵੇਚਦੇ ਆ, ਨਾ 8 ਤੇ ਵੇਚਦੇ ਆ 9 ਤੇ ਵੇਚਦੇ ਆ। ਇਹ ਚੀਜ਼ ਜ਼ਿਆਦਾ ਦਵਾਈਆਂ ਵਿੱਚ ਹੈ, ਲੇਕਿਨ ਰੋਜ਼ਮर्रा ਦੀਆਂ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਵਿੱਚ ਤੁਸੀਂ ਦੇਖੋ ਆਟਾ ਹੈ, ਤੁਹਾਡੇ ਮਸਾਲੇ ਨੇ, ਤੁਹਾਡੀ ਹੋਰ ਦੁੱਧ ਹੈ, ਇਹ ਸਭ ਦੇ ਪੈਕਟਾਂ ਦੇ ਉੱਤੇ MRP ਹੈ। ਲੇਕਿਨ ਉਹਦੇ ਵਿੱਚ ਇੱਕ ਆਪਣੀ ਰੋਜ਼ਮर्रा ਦੀ ਜ਼ਿੰਦਗੀ 'ਚ ਇਸਤੇਮਾਲ ਹੋਣ ਵਾਲੀ ਜਿਹੜੀ ਖਾਣ ਵਾਲੀ ਚੀਜ਼ ਹੈ ਉਹਦੇ 'ਚ ਸਬਜ਼ੀਆਂ ਅਤੇ ਫਲ, ਇਹਨਾਂ 'ਤੇ ਕੋਈ ਅੰਕੁਸ਼ ਨਹੀਂ ਹੈ ਇਹਨਾਂ ਦੇ ਭਾਵਾਂ 'ਤੇ। ਇਹ ਕਾਰਨ ਇਹ ਹੈ, ਕੁਝ ਵੈਸਟਡ ਇੰਟਰਸਟ ਹੋ ਸਕਦੇ ਆ, ਕੁਝ ਬੰਦੇ ਜਿਹੜੇ ਉਤਪਾਦ ਨੂੰ ਵੇਚਣ ਲਈ ਆਪਣੇ ਮੁਨਾਫੇ ਦੇ ਉੱਤੇ ਉਹਨਾਂ ਦਾ ਕੋਈ ਅੰਕੁਸ਼ ਨਹੀਂ ਹੈ, ਕਿਉਂਕਿ ਨਾ ਤਾਂ ਸਰਕਾਰੀ ਏਜੰਸੀਆਂ ਉਹਨਾਂ 'ਤੇ ਕੋਈ ਅੰਕੁਸ਼ ਲਾ ਰਹੀਆਂ ਅਤੇ ਨਾ ਹੀ ਇਹਦੀ ਵਿਵਸਥਾ ਹੈ। ਲੇਕਿਨ ਸਰਕਾਰ ਵੱਲੋਂ ਇੱਕ ਹੋਰ ਪ੍ਰਾਈਜ਼ ਹੈ ਜਿਹੜਾ ਕਿ ਮਿਨੀਮਮ ਸਪੋਰਟ ਪ੍ਰਾਈਜ਼ ਹੈ, ਕਿ ਕਿਸਾਨ ਆਪਣੀ ਕਣਕ ਬੀਜਦਾ, ਵੱਢਦਾ, ਉਹਦੇ 'ਤੇ ਖਾਦ ਪਾਉਂਦਾ, ਉਹਨੂੰ ਫਿਰ ਕੱਟ ਕੇ ਉਹਦੇ 'ਚ ਲਿਆਉਂਦਾ ਮੰਡੀ 'ਚ, ਅਤੇ ਉਹਦਾ ਜਿਹੜਾ ਭਾਅ ਹੈ ਨਾ ਵੀ ਉਹਨੂੰ ਇਸ ਤੋਂ ਘਟੇ ਨਾ, ਤੇ ਉਹ ਮਿਨੀਮਮ ਸਪੋਰਟ ਪ੍ਰਾਈਜ਼ ਹੋ ਗਿਆ। ਲੇਕਿਨ ਸਬਜ਼ੀਆਂ ਦੀ ਜਿਹੜੀਆਂ ਕੀਮਤਾਂ ਉਹਦੇ ਲਈ ਮਿਨੀਮਮ ਸਪੋਰਟ ਪ੍ਰਾਈਜ਼ ਹੈ ਨਹੀਂ, ਕੋਈ ਉਹਦੀ ਆਰਗੇਨਾਈਜੇਸ਼ਨ ਹੈ ਨਹੀਂ। ਮੰਡੀਆਂ 'ਚ ਉਹਨੂੰ ਜਿਸ ਦਿਨ ਉਹਨੂੰ ਲਿਆਉਣੀ ਪੈਂਦੀ ਹੈ ਉਸ ਦਿਨ ਉਹ ਵੇਚ ਕੇ ਹੀ ਜਾਣੀ ਹੈ। ਇਹਦਾ ਮਤਲਬ ਕੀ ਹੈ ਕਿ ਉਹਨੂੰ ਉਹਦੇ ਉੱਤੇ ਇੱਕ ਇਹੋ ਜਿਹਾ ਪੀਰੀਅਡ ਆ ਜਾਂਦਾ ਵੀ ਉਹਨੂੰ ਇਹ ਆਪਣੇ ਵਾਪਸ ਨਹੀਂ ਕਰ ਲੈ ਕੇ ਜਾਣੀ ਸਬਜ਼ੀ, ਉਹ ਮਜਬੂਰੀ 'ਚ ਵੇਚ ਕੇ ਜਾਂਦਾ। ਅਤੇ ਉਹ ਜਿਹੜਾ ਆੜ੍ਹਤੀ ਹੈ ਉਸ ਵੇਲੇ ਜਿਹੜੇ ਉੱਥੋਂ ਦੇ ਬਾਇਰ ਹੈ ਉਹਦੀ ਮੈਕਸਿਮਮ ਐਕਸਪਲੋਇਟੇਸ਼ਨ ਕਰਦੇ ਆ ਅਤੇ ਮਿਨੀਮਮ ਪ੍ਰਾਈਸ 'ਤੇ ਲੈਂਦੇ ਆ ਉਹਦੇ ਕੋਲੋਂ। ਇਹ ਇੱਕ ਤਾਂ ਇਹ ਕਾਰਨ ਹੈ ਵੀ ਜਦੋਂ ਉਹ ਲੈ ਕੇ ਆਇਆ ਉਤਪਾਦਕ ਅਤੇ ਉਹ ਤੋਂ ਮਿਨੀਮਮ ਲੈ ਲਈ। ਅਤੇ ਅੱਗੇ ਜਿਹੜਾ ਸਰਕਲ ਹੈ ਉਹ ਤੁਸੀਂ ਦੇਖੋਗੇ ਵੀ ਆੜ੍ਹਤੀਏ ਕੋਲ ਆਇਆ, ਬਾਹਰੋਂ ਵੀ ਆਪਣੇ ਸਟੇਟ ਤੋਂ ਸਮਾਨ ਆਉਂਦਾ, ਕਿਸਾਨ ਦੇ ਫਾਰਮ ਤੋਂ ਵੀ ਲੋਕ ਲੈ ਕੇ ਜਾਂਦੇ ਆ ਸਬਜ਼ੀ। ਫਿਰ ਬਾਹਰਲੀਆਂ ਜਿਹੜੀਆਂ ਚੀਜ਼ਾਂ ਜਿਵੇਂ ਮਟਰ ਸਬਜ਼ੀ, ਆਪਣੀ ਜਿਹੜੀ ਸ਼ਿਮਲਾ ਮਿਰਚ ਹੈ, ਇਹੋ ਜਿਹੀਆਂ ਜਿਹੜੀਆਂ ਪਹਾੜ 'ਚ ਹੁੰਦੀਆਂ, ਉੱਥੋਂ ਜਾਂ ਤਾਂ ਉੱਥੋਂ ਦਾ ਕਿਸਾਨ ਵੇਚਣ ਆਊਗਾ, ਜਾਂ ਉੱਥੋਂ ਦੇ ਜਿਹੜੇ ਛੋਟੇ ਵਪਾਰੀ ਆ ਉਹ ਇਸ ਸੈਂਟਰਾਂ 'ਚ ਆਉਂਦੇ ਜਿੱਥੇ ਜ਼ਿਆਦਾ ਉਹਨਾਂ ਨੂੰ ਫਾਇਦਾ ਹੁੰਦਾ। ਜਿਵੇਂ ਕਿ ਕਿਸਾਨ ਹੈ ਜੋ ਖੰਨੇ ਵੀ ਵੇਚ ਰਿਹਾ ਆਪਣੀ ਗੋਭੀ, ਉਹਦੀ ਸਸਤੀ ਵਿਕ ਰਹੀ ਹੈ, ਉਹ ਲੁਧਿਆਣੇ ਦੀ ਮੰਡੀ 'ਚ ਆਊਗਾ ਕਿਰਾਇਆ ਖਰਚ ਕੇ ਉਹਦਾ ਲਾ ਕੇ, ਅਤੇ ਇੱਥੇ ਵੇਚਣ ਦੀ ਕੋਸ਼ਿਸ਼ ਕਰੂਗਾ। ਇੱਥੇ ਜਿਹੜੀਆਂ ਮਾਰਕੀਟ ਫੋਰਸਿਸ ਆ ਉਹ ਫਿਰ ਕਮ ਇਨ ਟੂ ਪਲੇ। ਮਾਰਕੀਟ ਫੋਰਸਿਸ ਇਹ ਹੈ ਵੀ ਡਿਮਾਂਡ ਕਿੰਨੀ ਹੈ, ਡਿਮਾਂਡ ਹਮੇਸ਼ਾ ਜ਼ਿਆਦਾ ਰਹਿੰਦੀ ਹੈ, ਸਪਲਾਈ ਘਟ ਜਾਂਦੀ ਹੈ। ਸਪਲਾਈ ਘਟਣ ਦੇ ਕਈ ਕਾਰਨ, ਜਿਵੇਂ ਕਿ ਘੱਟ ਉਤਪਾਦਨ ਹੋਣਾ, ਲੋਕਾਂ ਵੱਲੋਂ ਜ਼ਖੀਰਾਖੋਜ਼ੀ ਕਰਨਾ, ਆਪਣੇ ਸਟੋਰਾਂ ਵਿੱਚ ਰੱਖ ਲੈਣਾ ਵੀ ਇਹਨੂੰ ਹੌਲੀ ਹੌਲੀ ਕਰਕੇ ਦੇਵਾਂਗੇ, ਜ਼ਿਆਦਾ ਕੀਮਤ ਰੱਖਾਂਗੇ, ਸਪਲਾਈ ਘੱਟ ਆਊਗੀ ਜੀ, ਠੀਕ ਹੈ। ਕੁਝ ਬਾਰਿਸ਼ ਨਾ ਹੋਣੀ, ਕੁਝ ਕਈ ਵਾਰੀ ਬਾਰਿਸ਼ ਜ਼ਿਆਦਾ ਹੋ ਜਾਣੀ, ਸਬਜ਼ੀ ਗਲ ਜਾਣੀ, ਕਿਉਂਕਿ ਸਬਜ਼ੀਆਂ ਜਿਹੜੀਆਂ ਇਹ ਨਾਜ਼ੁਕ ਕ੍ਰੌਪ ਮੰਨੀ ਜਾਂਦੀ ਹੈ ਕਿ ਜਿਹੜੀ ਮੌਸਮ ਦੇ ਨਾਲ ਬਹੁਤ ਇਫੈਕਟਡ ਹੁੰਦੀ ਹੈ। ਇਸ ਕਰਕੇ ਇਹਦੇ ਉੱਤੇ ਤਾਂ ਹਰ ਤਰ੍ਹਾਂ ਦੀ ਕਰੋਪੀ ਆਉਂਦੀ ਹੈ। ਇਹ ਜਿਹੜੀ ਵੈਜੀਟੇਬਲ ਹੈ ਇਹਦਾ ਇਸੇ ਕਰਕੇ ਰਿਟੇਲਿੰਗ ਜਿਹੜੀ ਆ ਅੱਗੋਂ ਜਦੋਂ ਆਪਾਂ ਡਿਸਕਸ਼ਨ ਦੇ ਵਿੱਚ ਅੱਗੇ ਜਾਵਾਂਗੇ ਇਹ ਕਾਫੀ ਗੁੰਝਲ ਵਾਲੀ ਹੈ। ਇਹਦੇ ਵਿੱਚ ਬੜੀਆਂ ਚੀਜ਼ਾਂ ਆਪਾਂ ਨੂੰ ਦਰਸ਼ਕਾਂ ਨੂੰ ਸਮਝਾਉਣੀਆਂ
ਜਦੋਂ ਕਿ ਜਦੋਂ ਆਪਣੀ ਡਿਸਕਸ਼ਨ ਅੱਗੇ ਜੀ ਚਲੇਗੀ। ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਜ਼ਮੀਂਦਾਰ ਨੇ ਜਾਂ ਫਿਰ ਜਿਹੜੇ ਉਤਪਾਦਕ ਨੇ ਜਿਹੜੇ ਮੰਡੀਆਂ ਵਿੱਚ ਜਦੋਂ ਲੈ ਕੇ ਆਉਂਦੇ ਨੇ ਆਪਣੀਆਂ ਸਬਜ਼ੀਆਂ ਲੈ ਕੇ ਆਉਂਦੇ ਨੇ ਤੇ ਉਹਨਾਂ ਨੂੰ ਉੱਥੇ ਕਿਸੇ ਵੀ ਹਾਲਤ 'ਚ ਸਬਜ਼ੀ ਵੇਚਣੀ ਪੈਂਦੀ, ਕਿਉਂਕਿ ਅਗਰ ਜੇ ਕੋਈ ਵੀ ਇਨਸਾਨ ਜਿਹੜਾ ਵੀ ਜ਼ਮੀਂਦਾਰ ਹੈ ਅਗਰ ਉਹ ਖੰਨੇ ਮੰਡੀ ਤੋਂ ਲੈ ਕੇ ਲੁਧਿਆਣਾ ਲੈ ਕੇ ਆਇਆ ਤੇ ਉਸ ਨੂੰ ਦੁਬਾਰਾ ਵਾਪਸ ਨਹੀਂ ਲੈ ਕੇ ਜਾ ਸਕਦਾ, ਇਸ ਲਈ ਉਹਨੂੰ ਉਸ ਸਥਿਤੀ ਦੇ ਵਿੱਚ ਜਿਹੜਾ ਹੈਗਾ ਉਹਨੂੰ ਸਬਜ਼ੀ ਵੇਚ ਕੇ ਹੀ ਜਾਣੀ ਹੈ, ਜਿਸ ਦੇ ਨਾਲ ਉਹਦਾ ਕਿਤੇ ਨਾ ਕਿਤੇ ਉਹਦਾ ਸ਼ੋਸ਼ਣ ਵੀ ਹੁੰਦਾ ਹੈ ਤੇ ਉਸ ਨੂੰ ਸਬਜ਼ੀ ਵੇਚਣੀ ਪੈਂਦੀ ਹੈ। ਤੇ ਇਸੇ ਤਰ੍ਹਾਂ ਹੀ ਕੁਝ ਜਿਹੜੇ ਜ਼ਮੀਂਦਾਰ ਹੈਗੇ ਨੇ ਸਾਡੇ ਨਾਲ ਗੱਲਬਾਤ ਵੀ ਕੀਤੀ ਅਸੀਂ ਉਹਨਾਂ ਨਾਲ, ਤੇ ਉਹਨਾਂ ਨੇ ਆਪਣੀਆਂ ਕੁਝ ਮਜਬੂਰੀਆਂ ਦੱਸੀਆਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਮੰਡੀ ਦੇ ਵਿੱਚ ਆਉਂਦੇ ਨੇ, ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਅਤੇ ਕੀ ਕੀ ਕਾਰਨ ਉਹ ਦੱਸਦੇ ਨੇ ਕਿ ਉਹਨਾਂ ਨੂੰ ਇਹ ਸਮੱਸਿਆਵਾਂ ਫੇਸ ਕਰ ਰਹੀਆਂ ਨੇ। ਆਓ ਸੁਣਦੇ ਹਾਂ। ਅਸੀਂ ਇਕੱਲੀ ਜ਼ਿਆਦਾ ਗੋਭੀ ਲਾ ਰਹੇ ਹਾਂ, ਫੁੱਲ ਗੋਭੀ ਲਾਉਣੇ ਆ, ਇਹਨੂੰ ਲੁਧਿਆਣੇ ਮੰਡੀਓ ਬਾਹਰ ਮੰਡੀਆਂ 'ਚ ਕਰਦੇ ਹਾਂ ਤੇ ਖੰਨਾ ਮੰਡੀ ਛੋਟੀ ਆ, ਡਿਮਾਂਡ ਘੱਟ ਕਰਦੀ ਹੈ, ਇਸ ਕਰਕੇ ਸਾਨੂੰ ਬਾਹਰਲੀਆਂ ਮੰਡੀਆਂ ਜ਼ਿਆਦਾਤਰ ਲੁਧਿਆਣੇ ਆਉਣਾ ਪੈਂਦਾ। ਜੀ ਕਰਨਲ ਜੀ ਇਹ ਤਾਂ ਹੋ ਗਈ ਜ਼ਮੀਂਦਾਰਾਂ ਦੀ ਗੱਲ, ਜਿਸ ਤਰ੍ਹਾਂ ਕਿ ਅਸੀਂ ਸੁਣਿਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਫੇਸ ਕਰਨੀਆਂ ਪੈਂਦੀਆਂ ਨੇ। ਉਹਨਾਂ ਦੇ ਕਾਰਨ ਇਹ ਹੈਗੇ ਨੇ ਕਿ ਉਹਨਾਂ ਨੂੰ ਜਿਹੜਾ ਬੀਜ ਮਹਿੰਗਾ ਮਿਲਦਾ ਹੈ, ਕਿਰਾਇਆ ਮਹਿੰਗਾ ਹੁੰਦਾ ਹੈ, ਔਰ ਹੋਰ ਵੀ ਤਰ੍ਹਾਂ ਦੇ ਕਈ ਕਾਰਨ ਨੇ ਕਿ ਜਿਹੜੀਆਂ ਦਵਾਈਆਂ ਨੇ, ਖਾਦਾਂ ਨੇ, ਉਹ ਬਹੁਤ ਮਹਿੰਗੀਆਂ ਨੇ। ਉਸ ਕਰਕੇ ਕਿਤੇ ਨਾ ਕਿਤੇ ਆ ਕੇ ਉਹ ਸੋਚਦੇ ਨੇ ਕਿ ਇਸ ਦੇ ਪਿੱਛੇ ਉਹ ਪਿਸ ਰਹੇ ਨੇ। ਉਹ ਕਿਸ ਤਰ੍ਹਾਂ? ਇਹ ਤਾਂ ਪੂਰੀ ਪੈਰੀਸ਼ੇਬਲ ਕ੍ਰੌਪ ਹੈ। ਪੈਰੀਸ਼ੇਬਲ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਉਹਨੇ ਆਪਣੇ ਖੇਤ ਤੋਂ ਜਿਸ ਦਿਨ ਕੱਟੀ ਹੈ ਉਸ ਦਿਨ ਉਹਦੇ ਖਰਾਬ ਹੋਣ ਦੇ ਉਹਦੀ ਜਿਹੜੀ ਸ਼ੈਲਫ ਲਾਈਫ ਕਹਿੰਦੇ ਆਪਾਂ ਵੀ ਜਿਹੜੇ ਉਹ ਆਪਣੀ ਦੁਕਾਨ ਦੇ ਵਿੱਚ ਪਈ ਰਹਿਣ ਦੀ ਜਦੋਂ ਤੱਕ ਕਿ ਉਹ ਆਪਣੇ ਜਿਹਨੇ ਇਸਤੇਮਾਲ ਕਰਨਾ ਉਹਦੇ ਰਸੋਈ ਤੱਕ ਨਹੀਂ ਪਹੁੰਚਦੀ, ਉਹਦੇ ਵਿੱਚ ਉਹਦਾ ਖਰਾਬ ਹੋਣ ਦਾ ਸਾਈਕਲ ਸ਼ੁਰੂ ਹੋ ਜਾਂਦਾ। ਜਿਹੜਾ ਆਪਣਾ ਮੁਲਕ ਹੈ ਇਹਦੇ ਵਿੱਚ ਕੋਲਡ ਚੇਨ ਕੋਈ ਇੰਨੀ ਵਿਕਸਿਤ ਨਹੀਂ ਹੈ। ਕੋਲਡ ਚੇਨ ਦਾ ਮਤਲਬ ਹੈ ਕਿ ਜਿਸ ਦਿਨ ਹੀ ਉਹ ਖੇਤ ਤੋਂ ਟੁੱਟੀ, ਕਿਉਂਕਿ ਉਹਦੇ ਨਿਊਟ੍ਰੀਐਂਟਸ ਵੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ। ਜੇ ਤੁਸੀਂ ਸੁਣਿਆ ਹੋਣਾ ਵੀ ਆਪਾਂ ਉਹਨੂੰ ਜਲਦੀ ਤੋਂ ਜਲਦੀ ਜੇ ਉਹਨੂੰ ਆਪਾਂ ਨਾ ਫਰੀਜ਼ ਕਰੀਏ ਤਾਂ ਉਹਦੇ ਜਿਹੜੇ ਵਿਟਾਮਿਨ ਹੈ, ਮਾਈਕਰੋ ਤੇ ਮਾਈਕਰੋ ਨਿਊਟ੍ਰੀਐਂਟਸ, ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ। ਲੇਕਿਨ ਜਿਹੜਾ ਪੰਜਾਬ ਦਾ ਕਿਸਾਨ ਹੈ ਜਿਹੜਾ ਕਿ ਹਿੰਮਤ ਕਰਦਾ, ਪਹਿਲੀ ਗੱਲ ਹੈ ਸਬਜ਼ੀ ਲਾਉਣ ਦੀ, ਉਹਦੇ ਲਈ ਇਹ ਇੱਕ ਬੜਾ ਜ਼ੋਖਿਮ ਭਰਿਆ ਕਾਰਜ ਹੈ। ਉਹਨੇ ਆਪਾਂ ਕਈ ਬਹੁਤ ਕਿਸਾਨ ਘੱਟ ਹਨ, ਮੇਰੇ ਖਿਆਲ ਉਹ 1% ਤੋਂ ਵੀ ਘੱਟ ਹੋਣਗੇ ਜਿਨ੍ਹਾਂ ਦੀ ਇਹ ਹੋਲਡਿੰਗ ਕੈਪੈਸਿਟੀ ਹੈ ਵੀ ਉਹ ਆਪਣੇ ਕੋਲਡ ਸਟੋਰ ਜਾ ਕੇ ਸਮਾਨ ਰੱਖਣ, ਜਦੋਂ ਭਾਅ ਵਧਣਗੇ ਤੇ ਸਪਲਾਈ ਘੱਟ ਹੋਏਗੀ ਉਦੋਂ ਮਹਿੰਗੇ ਭਾਅ ਤੇ ਵੇਚਣਗੇ। ਉਹ ਤੇ ਅੱਜ ਉਹਨੇ ਲਿਆਂਦੀ ਹੈ, ਕੱਟੀ ਹੈ, ਤੇ ਕੱਲ ਉਹਨੇ ਮੰਡੀ 'ਚ ਰੱਖ ਦੇਣੀ ਹੈ ਤੇ ਉਹਨਾਂ ਨੇ ਵੇਚਣੀ ਹੈ, ਕਿਉਂਕਿ ਉਹਨੇ ਆੜ੍ਹਤੀਏ ਦੇ ਪੈਸੇ ਦੇਣੇ ਆ, ਕਿਉਂਕਿ ਉਹਨੇ ਉਹ ਜਿਹੜਾ ਰਿਣ ਚੱਕਿਆ ਹੋਇਆ ਜਾਂ ਉਹ ਆਪਣੀ ਹੋਰ ਫਸਲ ਲਾਉਣ ਲਈ ਉਹਨੂੰ ਪੈਸੇ ਚਾਹੀਦੇ ਆ। ਸੋ ਇੱਕ ਤਰੀਕੇ ਨਾਲ ਉਹ ਇੱਕ ਇਸ ਵਿਸ਼ੇਸ਼ ਸਾਈਕਲ 'ਚ ਫਸਿਆ ਹੋਇਆ ਵੀ ਜਿਹਦੇ ਵਿੱਚ ਕਿ ਉਹਨੂੰ ਨਿਕਲਣਾ ਮੁਸ਼ਕਿਲ ਹੈ। ਇਸ ਲਈ ਉਹਦਾ ਮੰਡੀ ਦੇ ਵਿੱਚ ਸਮਾਨ ਵੇਚਣਾ ਲਿਆ ਕੇ ਮਜਬੂਰੀ ਹੈ। ਤੇ ਇਸ ਦਾ ਕੀ ਹੱਲ ਹੋ ਸਕਦਾ? ਇਹਦਾ ਹੱਲ ਇੱਕ ਇਹ ਹੈ ਵੀ ਕਿਸਾਨ ਆਪਣੇ ਲੈਵਲ ਤੇ ਇੱਕ, ਜਿਵੇਂ ਕਿ ਸਿਫਟ ਵਾਲਿਆਂ ਨੇ ਇੱਕ ਜਿਹੜਾ ਸੈਂਟਰ ਇੰਸਟੀਚਿਊਟ ਫਾਰ ਪੋਸਟ ਹਾਰਵੈਸਟਿੰਗ ਐਂਡ ਇੰਜੀਨੀਅਰਿੰਗ ਟੈਕਨੋਲੋਜੀ ਆ, ਉਹਨਾਂ ਨੇ ਕਮਰਾ ਦੱਸਿਆ, ਇਜਾਦ ਕੀਤਾ ਵੀ ਜਿਹਦੇ ਵਿੱਚ ਕੀ ਤੁਸੀਂ ਇੱਟਾਂ ਦੇ ਵਿੱਚ ਵਿੱਥ ਰੱਖ ਕੇ ਬਾਹਰਲੀਆਂ ਤੇ ਅੰਦਰਲੀਆਂ ਦੇ ਵਿੱਚ ਜੇ ਤੁਸੀਂ ਬਣਾ ਲਓ ਕਮਰਾ, ਤੇ ਉਹ ਤਕਰੀਬਨ ਜਿਹੜਾ ਬਾਹਰਲਾ ਟੈਂਪਰੇਚਰ ਹੈ ਉਹਦੇ ਨਾਲੋਂ 10 ਡਿਗਰੀ ਟੈਂਪਰੇਚਰ ਥੱਲੇ ਰੱਖ ਕੇ ਉਹਦੇ 'ਚ ਸਬਜ਼ੀਆਂ, ਫੁੱਲਾਂ, ਫਲਾਂ ਦੀ ਸੰਭਾਲ ਕੀਤੀ ਜਾ ਸਕਦੀ ਹੈ। ਇੱਕ ਤਾਂ ਇਹ ਹੈ। ਇੱਕ ਜਦੋਂ ਮਜਬੂਰੀ ਲੈ ਆਉਂਦਾ ਤੇ ਜਿਵੇਂ ਆਪਾਂ ਮਿਨੀਮਮ ਸਪੋਰਟ ਪ੍ਰਾਈਸ ਦਿੰਦੇ ਆ, ਉਹਦੇ ਲਈ ਕਿਸਾਨ ਨੂੰ ਵੀ ਇਹ ਸਬਜ਼ੀ ਦੀ ਮਿਨੀਮਮ ਸਪੋਰਟ ਪ੍ਰਾਈਸ ਹੋਵੇ ਵੀ ਇੰਨੇ ਤੇ ਤਾਂ ਵਿਕਣੀ ਹੈ। ਉਹਦੇ ਵਿੱਚ ਕਿਉਂਕਿ ਆਪਣੇ ਮੁਲਕ ਵਿੱਚ ਕੁਆਲਿਟੀ ਪ੍ਰੋਡਿਊਸ ਨਹੀਂ ਹੈ, ਕਿਉਂਕਿ ਨਾ ਤਾਂ ਗ੍ਰੇਡਿੰਗ ਸਿਸਟਮ ਹੈ। ਉਹਦੇ ਵਿੱਚ ਜਦੋਂ ਖੇਤ ਤੋਂ ਚੱਲਣਾ ਸੀ, ਵੱਡੀਆਂ ਸਬਜ਼ੀਆਂ ਵਧੀਆ ਇੱਧਰ ਨੂੰ ਨਿਕਲ ਜਾਣੀਆਂ ਸੀ, ਛੋਟੀਆਂ ਖਰਾਬ ਨਿਕਲ ਜਾਣੀਆਂ ਸੀ ਇੱਕ ਪਾਸੇ, ਉਹ ਵੀ ਦੜਾ ਰੱਖ ਕੇ ਉਹ ਵੀ ਸਾਰਾ ਸਮਾਨ ਲੈ ਕੇ ਆਉਂਦਾ। ਉਹਦੇ ਲਈ ਨਾ ਤਾਂ ਕੁਆਲਿਟੀ ਹੈ, ਪੈਰਿਸ਼ੇਬਿਲਿਟੀ ਆ, ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਤੇ ਕੁਆਂਟੀਟੀ 'ਚ ਕੁਆਲਿਟੀ ਨਹੀਂ ਦੇਖੀ ਜਾਂਦੀ, ਤੇ ਉਹ ਬੜਾ ਵੱਡਾ ਕਾਰਨ ਹੈ। ਵੈਰਾਈਟੀਆਂ ਬੜੀਆਂ, ਠੀਕ ਹੈ, ਉਹਦੀ ਮਜਬੂਰੀ ਹੋ ਜਾਂਦੀ ਹੈ। ਕਿਉਂਕਿ ਅੱਗੇ ਜਿਹੜਾ ਮਾਰਕੀਟ ਦੀ ਵਿਵਸਥਾ ਹੈ, ਜੇ ਤੁਸੀਂ ਬਾਹਰ ਜਾ ਕੇ ਸੁਣਦੇ ਹੋ ਕਿ ਬਾਹਰ ਬੜੇ ਵਧੀਆ ਫਲ ਫਰੂਟ ਤੇ ਸਬਜ਼ੀਆਂ ਮਿਲਦੀਆਂ ਹਨ, ਉਹ ਚੁਣ ਚੜਾ ਕੇ ਵਧੀਆ ਕੁਆਲਿਟੀ ਆਂਦੀ, ਜਿਹੜੀ ਦੂਸਰੀ ਹੁੰਦੀ ਉਹਨੂੰ ਪੈਰਿਸ਼ੇਬਲ ਪਹਿਲਾਂ ਹੀ ਉਹਨਾਂ ਨੂੰ ਆਪ ਸੈਲਫ ਉਹਨੂੰ ਕਰ ਦਿੰਦੇ ਜੀ ਅੱਡ ਅੱਡ। ਇੱਥੇ ਹੈ ਨਹੀਂ ਉਹ ਸਿਸਟਮ। ਅਜੇ ਆਪਾਂ ਤਾਂ ਅੱਜ ਦੀ ਜਿਹੜੀ ਡਿਸਕਸ਼ਨ ਆ ਆਪਾਂ ਸੀਮਤ ਰੱਖਾਂਗੇ ਵੀ ਜੋ ਇਸ ਵੇਲੇ ਮਾਰਕੀਟ 'ਚ ਹੋ ਰਿਹਾ, ਜੋ ਪੰਜਾਬ ਦੇ ਖੇਤੀ ਵਾਲੇ ਕਿਸਾਨ ਕੋਲੇ ਜਿਹੜਾ ਸਬਜ਼ੀਆਂ ਉਗਾਉਂਦਾ ਜਾਂ ਫਲ
ਉਗਾਉਂਦਾ ਜਾਂ ਆਪਣੇ ਕੋਲ ਮਾਰਕੀਟ 'ਚ ਬਾਹਰੋਂ ਸਬਜ਼ੀਆਂ ਜਾਂ ਫਲ ਹੁੰਦੇ ਆ, ਉਸ ਤੇ ਆਪਾਂ ਡਿਸਕਸ਼ਨ ਕਰਾਂਗੇ, ਕਿਉਂਕਿ ਦੂਸਰਾ ਮੁੱਦਾ ਇੱਕ ਜੀ ਆਪਣੇ ਬਿਲਕੁਲ ਆਪ 'ਚ ਇੱਕ ਜੀ ਇਹ ਤਾਂ ਹੋ ਗਿਆ ਸੀ ਕਿਸਾਨਾਂ ਦਾ ਔਰ ਜ਼ਮੀਂਦਾਰਾਂ ਦਾ, ਜਦੋਂ ਮੰਡੀਆਂ ਦੇ ਵਿੱਚ ਆਪਣੀ ਜਿਹੜੀ ਫਸਲ ਉਹ ਲੈ ਕੇ ਆਉਂਦੇ ਨੇ, ਸਬਜ਼ੀਆਂ ਵਗੈਰਾ ਲੈ ਕੇ ਆਉਂਦੇ ਨੇ। ਤੇ ਇਸ ਤੋਂ ਇਲਾਵਾ ਅੱਗੇ ਇਸ ਤੋਂ ਇਲਾਵਾ ਕੌਣ ਜ਼ਿੰਮੇਵਾਰ ਹੈਗਾ ਹੈ? ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਾਫੀ ਲੋਕ ਜ਼ਿੰਮੇਵਾਰ ਹੈ, ਕਿਸਾਨ ਤੇ ਆਪਣਾ ਲਿਆ ਹੈ, ਉਹ ਵੀ ਕਈ ਕਾਰਨ ਦੱਸ ਰਿਹਾ ਕਿ ਉਹ ਕਿਤੇ ਨਾ ਕਿਤੇ ਉਹ ਵੀ ਘਾਟੇ 'ਚ ਜਾ ਰਿਹਾ, ਬਟ ਫਿਰ ਵੀ ਇੱਥੇ ਅੱਜ ਸਾਡਾ ਮੁੱਦਾ ਇਹ ਚੱਲ ਰਿਹਾ ਹੈ ਕਿ ਮਹਿੰਗਾਈ ਜਿਹੜੀ ਹੈਗੀ ਇਹਦੇ ਤੇ ਕਾਬੂ ਪਾਇਆ ਜਾ ਸਕਦਾ ਹੈ, ਤੇ ਉਹਦੇ ਲਈ ਅੱਗੇ ਹੋਰ ਕੌਣ ਜ਼ਿੰਮੇਵਾਰ ਨੇ? ਇਹਦੇ ਵਿੱਚ ਐਵੇਂ ਜੀ, ਇਹ ਜਿਹੜੀ ਚੇਨ ਹੈ ਇਹਦੀ ਹੋਲਸੇਲ ਤੋਂ ਰਿਟੇਲਿੰਗ ਦੀ, ਇਹਦੇ ਬਾਰੇ ਆਪਾਂ ਜੇ ਸਟੱਡੀ ਕਰੀਏ, ਇਹਦੇ ਵਿੱਚ ਆਪਾਂ ਨੂੰ ਪਹਿਲਾ ਜਿਹੜਾ ਕਿਸਾਨ ਲਿਆਉਂਦਾ ਜਾਂ ਬਾਹਰਲੀ ਮੰਡੀ ਤੋਂ ਛੋਟਾ ਵਪਾਰੀ ਲਿਆ ਕੇ ਵੇਚਦਾ, ਉਹਦੇ ਵਿੱਚ ਉੱਥੇ 3-4 ਤਰੀਕੇ ਦੇ ਜਿਹੜੀਆਂ ਏਜੰਸੀਆਂ, ਇੱਕ ਤਾਂ ਆੜਤੀ ਹੈ ਜੀ, ਇੱਕ ਡਾਇਰੈਕਟ ਇਕੱਠੇ ਹੋ ਕੇ ਛੋਟੇ ਜਿਹੜੇ ਜਿਨ੍ਹਾਂ ਰਿਟੇਲਿੰਗ ਕਰਨੀ ਹੈ, ਜਿਹੜੇ ਪ੍ਰਵਾਸੀ ਭਾਰਤੀ ਹੈ ਜਾਂ ਕੋਈ ਫਲ ਫਰੂਟ ਵਾਲੇ ਠੇਕੇਦਾਰ ਹੈ, ਉਹ ਲੈਂਦੇ ਜੀ ਇਹਨਾਂ ਕੋਲੋਂ। ਉੱਥੇ ਫਿਰ ਮਜ਼ਦੂਰ ਹੈ ਜੀ, ਜਿਨ੍ਹਾਂ ਨੇ ਆਪਣੀ ਲਾਉਣੀ ਹੈ ਫਸਲ ਤੇ ਫਿਰ ਉਹਨੂੰ ਡਿਸਪਲੇ ਕਰਨਾ ਤੇ ਦੁਬਾਰਾ ਚੜਾਉਣੀ ਵੀ ਹੈ। ਟਰਾਂਸਪੋਰਟ ਵਾਲੇ ਆ ਗਏ, ਤੁਹਾਡੀ ਮੰਡੀ ਵਾਲੇ ਜਿਹੜੇ ਟੈਕਸ ਵਾਲੇ ਮੰਡੀ ਦੇ ਅਫਸਰ ਆ ਗਏ, ਤੇ ਆੜਤੀਏ, ਇਹ ਜਿਹੜੀਆਂ ਫੋਰਸਿਸ ਹੈ ਇਹ ਡਿਸਾਈਡ ਕਰਦੀਆਂ ਵੀ ਉਸ ਦਿਨ ਭਾਅ ਕੀ ਰਹਿਣਾ। ਜੇ ਮੈਂ ਬੋਲੀ ਨਹੀਂ ਲਾਉਂਗਾ, ਜੇ ਤੁਹਾਡੇ ਕੋਲੇ ਮੈਂ ਗੋਭੀ ਆਏਗੀ, ਚੰਗੀ ਗੋਭੀ ਹੈ, ਬੜੀ ਵਧੀਆ ਫਸਟ ਕਲਾਸ, ਉਹ ਵੀ ਕਹਿੰਦਾ ਵੀ ਮੈਂ ਆਰਗੈਨਿਕ ਤਰੀਕੇ ਨਾਲ ਉਗਾਈ ਹੈ, ਤੇ ਉਹਦੇ ਫੁੱਲ ਵੀ ਅੱਛੇ ਹਨ, ਉਹਦਾ ਮਤਲਬ ਵਧੀਆ ਦਿੱਖ ਵੀ ਹੈ, ਤੇ ਉਹ ਡਿਜ਼ੀਜ਼ ਫ੍ਰੀ ਹੈ, ਤੇ ਉਹਦੇ ਵਿੱਚ ਫਿਰ ਵੀ ਜੇ ਆਪਣਾ ਜਿਹੜਾ ਬੋਲੀ ਲਾਉਣ ਵਾਲਾ ਉਹਦੀ ਘੱਟ ਬੋਲੀ ਲਾਏਗਾ, ਤੇ ਕਿਸਾਨ ਨੂੰ ਤਾਂ ਉਹੀ ਮੁੱਲ ਲਾਣਾ ਨਾ ਜੀ ਜੋ ਮਾਰਕੀਟ ਫੋਰਸਿਸ ਡਿਸਾਈਡ ਕਰਦੀਆਂ, ਕਿਉਂਕਿ ਉਹਨੂੰ ਟਿਕਾਣ ਲਈ ਉਹਦੇ ਥੱਲੇ ਜਿਸ MSP ਸਪੋਰਟ ਤਾਂ ਹੈ ਨਹੀਂ ਕੋਈ, ਕਿਸਾਨ ਨੂੰ ਤਾਂ ਵੇਚ ਕੇ ਜਾਣੀ ਹੈ। ਇਹ ਇੱਕ ਐਂਡ ਤੇ ਇਹ ਹੋ ਗਿਆ ਜੀ ਤੁਹਾਡਾ ਵੇਚਣ ਦਾ ਤਰੀਕਾ। ਇਹਦੇ ਵਿੱਚ ਮੰਡੀ 'ਚ ਬੜੇ ਸੁਧਾਰਾਂ ਦੀ ਜ਼ਰੂਰਤ ਹੈ, ਕਿਉਂਕਿ ਇਹਦੇ ਵਿੱਚ ਆਪਣੇ ਅਜੇ ਰੈਗੂਲੇਟਰੀ ਚੀਜ਼ਾਂ ਕੋਈ ਨਹੀਂ ਹੈ ਜੀ। ਬਿਲਕੁਲ, ਇੱਥੇ ਸਾਡੀ ਗੱਲ ਚੱਲ ਰਹੀ ਹੈ ਮੰਡੀ ਦੇ ਵਿੱਚ ਬਹੁਤ ਸਾਰੇ ਸੁਧਾਰਾਂ ਦੀ ਜ਼ਰੂਰਤ ਹੈ, ਜਿੱਥੇ ਕਿ ਜਿਹੜਾ ਮੰਡੀ ਦਾ ਲੈਵਲ ਹੈ, ਗਰਾਊਂਡ ਲੈਵਲ ਤੋਂ ਅਸੀਂ ਜਿਹੜਾ ਹੈਗਾ ਇੱਥੇ ਕਿਤੇ ਨਾ ਕਿਤੇ ਆਪਾਂ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੇ ਅਸੀਂ ਹੋਰ ਵੀ ਗੱਲਬਾਤ ਸਾਡੀ ਜਾਰੀ ਰਹੇਗੀ। ਇਸ ਦੇ ਨਾਲ ਹੀ ਅਸੀਂ ਲੈ ਰਹੇ ਹਾਂ ਛੋਟਾ ਜਿਹਾ ਬ੍ਰੇਕ, ਜਲਦ ਹਾਜ਼ਰ ਹੋ ਰਹੇ ਹਾਂ।